ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾ ਰੀਅਲ ਪੰਜਾਬ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ। ਇੱਕ ਵਾਰ ਫੇਰ ਹਾਜ਼ਰ ਹਾਂ ਸੰਦੀਪ ਸਿੰਘ ਮੋਮਨਾਬਾਦੀ। ਅੱਜ ਗੱਲਬਾਤ ਕਰਾਂਗੇ ਗੁਰਦੁਆਰਾ ਸਾਹਿਬ ਦੀ, ਕਿਉਂਕਿ ਸਿੱਖੀ ਦੇ ਪ੍ਰਚਾਰ ਜਾਂ ਪ੍ਰਸਾਰ ਦੀ ਜਦੋਂ ਵੀ ਗੱਲਬਾਤ ਚੱਲਦੀ ਆ ਤਾਂ ਗੁਰਦੁਆਰਾ ਸਾਹਿਬ ਦਾ ਸਭ ਤੋਂ ਵਡਮੁੱਲਾ ਅਤੇ ਅਹਿਮ ਯੋਗਦਾਨ ਹੈ। ਅੱਜ ਸਾਡੇ ਨਾਲ ਗੱਲਬਾਤ ਦੇ ਲਈ ਮੌਜੂਦ ਹੋਣਗੇ ਸਰਦਾਰ ਭਾਈ ਰਵਿੰਦਰ ਸਿੰਘ ਜੀ ਖਾਲਸਾ, ਜੋ ਕਿ ਗੁਰੂ ਕਾਂਸੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਦੇ ਵਿੱਚ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸਰ, ਪਹਿਲਾਂ ਤਾਂ ਸਾਡੇ ਚੈਨਲ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ, ਜੋ ਆਪਾਂ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹਾਂ, ਸਿੱਖ ਸੰਸਥਾਵਾਂ ਦੀ ਗੱਲ ਕਰਦੇ ਹਾਂ, ਗੁਰਦੁਆਰਾ ਸਾਹਿਬ ਦੀ ਗੱਲ ਜ਼ਰੂਰ ਆਉਂਦੀ ਆ, ਸਭ ਤੋਂ ਪਹਿਲਾਂ ਆਉਂਦੀ ਆ, ਕਿਉਂਕਿ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਮੁੱਖ ਕੇਂਦਰ ਆ। ਤਾਂ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਗੁਰਦੁਆਰਾ ਸਾਹਿਬ ਦੀ ਡੈਫੀਨੇਸ਼ਨ ਕੀ ਆ, ਗੁਰਦੁਆਰਾ ਸਾਹਿਬ ਦੀ ਪਰਿਭਾਸ਼ਾ ਕੀ ਹੈ? ਹਾਂਜੀ ਬਿਲਕੁਲ ਜੀ, ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹਾਂ। ਗੁਰਦੁਆਰਾ ਜਿਹੜਾ ਸ਼ਬਦ ਹੈ ਇਹ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ, ਗੁਰੂ ਪਲੱਸ ਦੁਆਰਾ, ਜਿਸ ਨੂੰ ਗੁਰਦੁਆਰਾ ਵੀ ਕਿਹਾ ਜਾਂਦਾ ਹੈ, ਪਰ ਅੱਜ ਪ੍ਰਚਲਿਤ ਬੋਲਚਾਲ ਦੀ ਭਾਸ਼ਾ ਦੇ ਵਿੱਚ ਅਸੀਂ ਇਸ ਨੂੰ ਗੁਰੂ ਘਰ ਵੀ ਕਹਿ ਦਿੰਦੇ ਹਾਂ। ਜਦੋਂ ਅਸੀਂ ਗੁਰਦੁਆਰਾ ਸਾਹਿਬ ਦੀ ਪਰਿਭਾਸ਼ਾ ਪੜ੍ਹਦੇ ਹਾਂ ਤਾਂ ਇਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਪੱਖ ਨੇ ਸਾਡੇ ਸਾਹਮਣੇ ਉਜਾਗਰ ਹੁੰਦੇ ਨੇ। ਗੁਰਦੁਆਰਾ ਸਾਹਿਬ ਜਿਹੜਾ ਹੈਗਾ ਉਹ ਅਧਿਆਤਮਿਕ ਜਗਿਆਸੂਆਂ ਦੇ ਲਈ ਇੱਕ ਅਧਿਆਤਮਿਕ ਕੇਂਦਰ ਹੈ, ਜਿੱਥੇ ਕਿ ਗੁਰਬਾਣੀ, ਕਥਾ, ਕੀਰਤਨ, ਵਿਚਾਰ ਹੁੰਦੀ ਹੈ ਅਤੇ ਉਹ ਮਨ ਦੀ ਤ੍ਰਿਪਤੀ ਦੇ ਲਈ ਜਗਿਆਸੂ ਉੱਥੇ ਜਾ ਕੇ ਬਾਣੀ ਸਰਵਣ ਕਰਦੇ ਨੇ। ਪੇਟ ਦੀ ਤ੍ਰਿਪਤੀ ਦੇ ਲਈ ਉੱਥੇ ਗੁਰੂ ਕਾ ਲੰਗਰ ਚੱਲ ਰਿਹਾ, ਔਰ ਰੋਗੀਆਂ ਦੇ ਲਈ ਇਹ ਸ਼ਫਾਖਾਨਾ ਹੈ। ਇਸਤਰੀਆਂ ਦੀ ਪੱਤ ਆਬਰੂ ਦੇ ਲਈ ਇਹ ਇੱਕ ਲੋਹ ਦੁਰਗ ਦਾ ਨਾਮ ਹੈ, ਜਿਹੜਾ ਇਹ ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ। ਔਰ ਇਸ ਤੋਂ ਇਲਾਵਾ ਵਿੱਦਿਆ ਪ੍ਰਾਪਤੀ ਦੇ ਲਈ ਇੱਕ ਸਕੂਲ ਜਾਂ ਮਦਰਸਾ ਜਿਹੜਾ ਇਹ ਵੀ ਕਿਹਾ ਜਾ ਸਕਦਾ। ਜਦੋਂ ਅਸੀਂ ਗੁਰਦੁਆਰਾ ਸਾਹਿਬ ਬਾਰੇ ਪੁਰਾਤਨ ਪਤਾ ਕਰਦੇ ਹਾਂ ਤੇ ਪੁਰਾਤਨਤਾ ਤੋਂ ਪਤਾ ਲੱਗਦਾ ਕਿ ਗੁਰੂ ਘਰਾਂ ਦੇ ਵਿੱਚ ਹੀ ਜਿਹੜੇ ਬੱਚੇ ਨੇ, ਵਿਦਿਆਰਥੀ ਨੇ, ਉਹ ਉੱਥੋਂ ਸਿੱਖਿਆ ਜਿਹੜੀ ਪ੍ਰਾਪਤ ਕਰਿਆ ਕਰਦੇ ਸਨ। ਭਾਵ ਜੋ ਵੀ ਅਸੀਂ ਗਿਆਨ ਹਾਸਲ ਕੀਤਾ ਜਾਂ ਜੋ ਵੀ ਅਸੀਂ ਪ੍ਰਾਪਤ ਕੀਤਾ ਉਹ ਗੁਰੂ ਦੁਆਰਾ ਪ੍ਰਾਪਤ ਕੀਤਾ ਹੈ। ਇਸ ਕਰਕੇ ਇਸ ਨੂੰ ਗੁਰਦੁਆਰਾ ਸਾਹਿਬ ਦਾ ਨਾਮ ਹੈ ਜਿਹੜਾ ਉਹ ਦਿੱਤਾ ਗਿਆ ਹੈ ਜੀ। ਜਿਸ ਤਰ੍ਹਾਂ ਸਰ ਆਪਾਂ ਗੱਲ ਕਰਦੇ ਹਾਂ ਸ੍ਰੀ ਗੁਰੂ ਨਾਨਕ ਸਾਹਿਬ ਵੇਲੇ, ਤਾਂ ਇਸ ਤਾਂ ਧਰਮਸਾਲ ਕਿਹਾ ਜਾਂਦਾ ਸੀ, ਜਦੋਂ ਸੰਗਤ ਇਕੱਠੀ ਹੁੰਦੀ ਸੀ, ਗੁਰੂ ਜਸ ਹੁੰਦਾ ਸੀ। ਤਾਂ ਇਹ ਧਰਮਸਾਲ ਤੋਂ ਗੁਰਦੁਆਰਾ ਸਾਹਿਬ ਤੱਕ ਦਾ ਸਫ਼ਰ ਇਹ ਕਿਸ ਤਰ੍ਹਾਂ ਤੈਅ ਹੋਇਆ, ਇਹ ਜ਼ਰੂਰ ਸਾਡੇ ਸਰੋਤਿਆਂ ਨੂੰ ਦੱਸੋ। ਜੀ ਜੀ ਬਿਲਕੁਲ ਬਿਲਕੁਲ, ਬਹੁਤ ਅਹਿਮ ਸਵਾਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਆਪਣੀਆਂ ਪ੍ਰਚਾਰ ਯਾਤਰਾਵਾਂ ਦੇ ਉੱਤੇ ਗਏ ਨੇ, ਜਿੱਥੇ ਜਿੱਥੇ ਵੀ ਜਾ ਕੇ ਉਹ ਪਿੰਡਾਂ, ਥਾਵਾਂ, ਨਗਰਾਂ ਦੇ ਵਿੱਚ ਜਾਂਦੇ ਸੀ, ਉੱਥੇ ਸਿੱਖ ਸੰਗਤ ਹੈ ਜਿਹੜੀ ਜੁੜਦੀ ਸੀ, ਗੁਰੂ ਸਾਹਿਬ ਜੀ ਦੇ ਉਪਦੇਸ਼ ਸੁਣਦੀ ਸੀ ਜਿਹੜੀ। ਉੱਥੇ ਕਈ ਦਿਨ ਉਹਨਾਂ ਦਾ ਡੇਰਾ ਹੁੰਦਾ ਸੀਗਾ, ਅਤੇ ਜਦੋਂ ਉਹ ਉੱਥੋਂ ਵਿਦਾਇਗੀ ਲੈਂਦੇ ਸੀ ਅਤੇ ਜਿੱਥੇ ਇੱਕ ਥਾਂ ਦੇ ਉੱਤੇ ਟਿਕ ਕੇ ਸੰਗਤ ਜੁੜਿਆ ਕਰਦੀ ਸੀ ਅਤੇ ਉਸ ਨਾਮ ਨੂੰ ਧਰਮਸ਼ਾਲ ਦਾ ਨਾਮ ਹੈ ਜਿਹੜਾ ਉਹ ਦਿੱਤਾ ਜਾਂਦਾ ਸੀ। ਅਤੇ ਕਿਸੇ ਮੁਖੀ ਸਿੱਖ ਨੂੰ ਉੱਥੇ ਚੁਣ ਲਿਆ ਕਰਦੇ ਸਨ ਅਤੇ ਉਹਨੂੰ ਉਸ ਧਰਮਸ਼ਾਲ ਦਾ ਜਿਹੜਾ ਹੈਗਾ ਪ੍ਰਚਾਰਕ ਸਥਾਪਿਤ ਕਰ ਦਿੰਦੇ ਸੀਗੇ। ਜਿਸ ਤਰ੍ਹਾਂ ਸਾਡੇ ਸਨਮੁਖ ਇਤਿਹਾਸ ਦੇ ਵਿੱਚੋਂ ਜ਼ਿਕਰ ਮਿਲਦਾ ਹੈ ਕਿ ਆਪਣਾ ਸੱਜਣ ਠੱਗ ਸੀਗਾ ਜਿਹੜਾ ਜੀ, ਉਹ ਆਪਣੀ ਸਰਾਂ ਦੇ ਵਿੱਚ ਲੋਕਾਂ ਨੂੰ ਮਾਰਦਾ ਸੀਗਾ ਜਾਂ ਉਹਨਾਂ ਦਾ ਮਾਲ ਸਬਾਬ ਲੁੱਟ ਲੈਂਦਾ ਸੀਗਾ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਹੈ ਜਿਹੜੀ, ਉਹਨਾਂ ਦੇ ਮੁਖਾਰਬਿੰਦ ਤੋਂ ਸੁਣ ਕੇ ਸੱਜਣ ਹੈ ਜਿਹੜਾ ਉਹ ਸੰਤ ਬਣਿਆ ਅਤੇ ਉਹਦੀ ਸਰਾਂ ਜਿਹੜੀ ਉਹ ਧਰਮਸ਼ਾਲ ਸਥਾਪਿਤ ਹੋਈ। ਅਤੇ ਸੱਜਣ ਜਿਹੜਾ ਹੈਗਾ ਗੁਰੂ ਨਾਨਕ ਸਾਹਿਬ ਜੀ ਵੱਲੋਂ ਸਥਾਪਿਤ ਕੀਤੀ ਧਰਮਸ਼ਾਲ ਦਾ ਇੱਕ ਉਹ ਪ੍ਰਚਾਰਕ ਬਣਿਆ ਸੀਗਾ। ਇਸ ਤਰ੍ਹਾਂ ਦੇ ਨਾਲ ਧਰਮ ਦੀ ਜਿੱਥੇ ਗੱਲ ਹੁੰਦੀ ਸੀ ਉਸ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀਗਾ। ਪਰ ਜਦੋਂ ਅਸੀਂ ਅੱਗੇ ਗੁਰੂ ਸਾਹਿਬਾਨਾਂ ਦੇ ਪੜਾਅ ਦਰ ਪੜਾਅ ਇਸ ਨੂੰ ਵਿਚਾਰਦੇ ਹਾਂ ਅਤੇ ਧਰਮਸ਼ਾਲ ਤੋਂ ਗੁਰਦੁਆਰਾ ਜਿਹੜਾ ਹੈਗਾ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਦਬੀੜ ਦਾ ਸੰਕਲਨ ਕਰਦੇ ਨੇ 1604 ਈਸਵੀ ਦੇ ਵਿੱਚ, ਜਦੋਂ ਪਹਿਲਾ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪੋਥੀ ਪਰਮੇਸ਼ਰ ਕਾ ਥਾਨ ਕਿਹਾ। ਔਰ ਜਦੋਂ ਸ੍ਰੀ ਹਰਿਮੰਦਰ ਸਾਹਿਬ ਸਥਾਪਿਤ ਹੋ ਜਾਂਦੇ ਨੇ, ਦਰਬਾਰ ਸਾਹਿਬ ਦਾ ਨਿਰਮਾਣ ਹੋ ਜਾਂਦਾ, ਉਹ ਇੱਕ ਕੇਂਦਰੀ ਸਥਾਨ ਬਣਦਾ ਹੈ। ਕੇਂਦਰੀ ਸਥਾਨ ਬਣਨ ਤੋਂ ਬਾਅਦ
ਆਦਿ ਬੀੜ ਦਾ ਪਹਿਲਾ ਪ੍ਰਕਾਸ਼ ਜਦੋਂ ਹੁੰਦਾ ਉੱਥੇ, ਤੇ ਉੱਥੇ ਇੱਕ ਵਿਲੱਖਣ ਮਰਿਆਦਾ ਜਿਹੜੀ ਗੁਰੂ ਸਾਹਿਬ ਜੀ ਸਥਾਪਿਤ ਕਰਦੇ ਨੇ, ਜਿੱਥੇ ਕਿ ਸਵੇਰੇ ਸ਼ਾਮ ਜਿਹੜਾ ਹੈਗਾ ਉਹ ਕਥਾ ਕੀਰਤਨ ਦਾ ਪ੍ਰਵਾਹ ਜਿਹੜਾ ਚੱਲਦਾ ਹੈਗਾ। ਤੇ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਰਵਾਉਂਦੇ ਨੇ, ਇਤਿਹਾਸਕ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਇਸ ਸ੍ਰੀ ਦਰਬਾਰ ਸਾਹਿਬ ਜੀ ਨੂੰ ਗੁਰਦੁਆਰਾ ਨਾਮ ਦੀ ਜਿਹੜੀ ਹੈਗੀ ਆ ਉਹ ਸੰਗਿਆ ਜਿਹੜੀ ਦਿੱਤੀ ਗਈ। ਇਸ ਤਰ੍ਹਾਂ ਦੇ ਨਾਲ ਗੁਰਦੁਆਰਾ ਜਿਹੜਾ ਧਰਮਸ਼ਾਲ ਤੋਂ ਗੁਰਦੁਆਰਾ ਸਾਹਿਬ ਜਿਹੜਾ ਸਫ਼ਰ ਹੈ ਜਿਹੜਾ ਉਹ ਸ਼ੁਰੂ ਹੁੰਦਾ ਹੈ ਜੀ। ਜੇ ਆਪਾਂ ਗੱਲ ਕਰੀਏ ਸਰ ਗੁਰਦੁਆਰਾ ਸਾਹਿਬ ਦੀ ਮਹੱਤਤਾ ਦੀ, ਤਾਂ ਗੁਰਦੁਆਰਾ ਸਾਹਿਬ ਦੀ ਮਹੱਤਤਾ ਕੀ ਆ, ਜਾਂ ਜੇ ਆਪਾਂ ਸਿੱਧੇ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਅਸੀਂ ਗੁਰਦੁਆਰੇ ਕਿਉਂ ਜਾਂਦੇ ਹਾਂ, ਕੀ ਕਰਨ ਜਾਂਦੇ ਹਾਂ, ਇਹ ਜ਼ਰੂਰ ਇਹਦੀ ਵਿਆਖਿਆ ਜ਼ਰੂਰ ਦੱਸੋ ਜੀ। ਬਿਲਕੁਲ, ਦੇਖੋ ਸੰਸਾਰ ਦੇ ਵਿੱਚ ਅਨੇਕਾਂ ਹੀ ਧਰਮ ਨੇ ਔਰ ਧਰਮਾਂ ਦੇ ਧਰਮ ਸਥਾਨ ਨੇ। ਇਸੇ ਤਰ੍ਹਾਂ ਦੇ ਨਾਲ ਸਿੱਖ ਧਰਮ ਦਾ ਜਿਹੜਾ ਕੇਂਦਰੀ ਸਥਾਨ ਜਿਹੜਾ ਬਣਿਆ ਸੀਗਾ ਉਹ ਸ੍ਰੀ ਹਰਿਮੰਦਰ ਸਾਹਿਬ ਬਣਿਆ ਸੀ, ਠੀਕ ਹੈ ਜੀ। ਅਤੇ ਗੁਰੂ ਸਾਹਿਬ ਜੀ ਦੀ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਤਾਂ ਉਸ ਦੇ ਵਿੱਚੋਂ ਸਾਨੂੰ ਗਿਆਨ ਪ੍ਰਾਪਤ ਹੁੰਦਾ। ਉਹ ਕਹਿੰਦੇ ਵੀ ਗੁਰਦੁਆਰਾ ਜਿਹੜਾ ਹੈਗਾ, ਗੁਰੂ ਘਰ ਜਾਂ ਗੁਰੂ ਦੇ ਦੁਆਰ ਦੇ ਉੱਤੇ ਅਸੀਂ ਕਿਸ ਮਕਸਦ ਦੇ ਲਈ ਆਉਣਾ ਹੈਗਾ। ਗੁਰੂਦੁਆਰੇ ਹੋਏ ਸੋਝੀ ਪਾਏ ਸੀ। ਹੁਣ ਅਸੀਂ ਸੋਝੀ ਕੀ ਲੈਣੀ ਹੈਗੀ ਆ? ਸੋਝੀ ਕੀ ਹੈ ਕਿ ਜਿੰਨਾ ਚਿਰ ਮਨੁੱਖ ਗਿਆਨ ਦੀ ਗੱਲ ਹਾਸਲ ਨਹੀਂ ਕਰਦਾ, ਗਿਆਨ ਉਸ ਨੂੰ ਪ੍ਰਾਪਤ ਨਹੀਂ ਹੁੰਦਾ ਹੈਗਾ, ਉਨਾ ਚਿਰ ਉਹ ਅਗਿਆਨੀ ਰਹਿੰਦਾ ਹੈਗਾ। ਅਤੇ ਗੁਰਦੁਆਰਾ ਸਾਹਿਬਾਨ ਦੇ ਅੰਦਰ ਅਸੀਂ ਨਿਰਾਪੁਰਾ ਪ੍ਰਸ਼ਾਦ ਲੈਣ ਜਾਂ ਲੰਗਰ ਛਕਣ ਲਈ ਹੀ ਨਹੀਂ ਜਾਂਦੇ ਹੈਗੇ, ਬਲਕਿ ਉੱਥੋਂ ਅਸੀਂ ਜਿਹੜਾ ਸਾਡੇ ਮਨੁੱਖਾ ਜੀਵਨ ਦਾ ਲਕਸ਼ ਹੈ, ਮਨੁੱਖਾ ਜੀਵਨ ਦਾ ਮਨੋਰਥ ਹੈ ਜਿਹੜਾ, ਉਹਦੀ ਪ੍ਰਾਪਤੀ ਕਿਸ ਤਰ੍ਹਾਂ ਦੇ ਨਾਲ ਹੋਣੀ ਆ, ਇਨਸਾਨ ਨੇ ਕਰਨਾ ਕੀ ਹੈ, ਆਪਣੀ ਜ਼ਿੰਦਗੀ ਦਾ ਮਨੋਰਥ ਕਿਸ ਤਰ੍ਹਾਂ ਦੇ ਨਾਲ ਪ੍ਰਾਪਤ ਕਰਨਾ ਹੈਗਾ, ਉਹ ਸੋਝੀ ਲੈਣ ਵਾਸਤੇ ਅਸੀਂ ਗੁਰੂ ਘਰ ਦੇ ਵਿੱਚ ਜਾਂਦੇ ਹਾਂ, ਜਿਸ ਨੂੰ ਗੁਰੂ ਸਾਹਿਬ ਜੀ ਨੇ ਇਹ ਕਿਹਾ ਹੈਗਾ ਕਿ ਸੰਗਤ ਦੇ ਵਿੱਚ ਆ ਕੇ ਹੀ ਸੋਝੀ ਪ੍ਰਾਪਤ ਹੁੰਦੀ ਹੈ। ਸੰਗਤ ਕੀ ਹੈ ਕਿ ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ, ਉੱਥੇ ਸੱਚ ਦੀ ਗੱਲ ਹੁੰਦੀ ਹੈ। ਅਤੇ ਸੱਚ ਦੀ ਖੋਜ ਕਰਨ ਵਾਸਤੇ ਜਿਹੜੇ ਜਗਿਆਸੂ ਹੈਗੇ ਨੇ, ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਅਧਿਆਤਮਕ ਜਗਿਆਸੂਆਂ ਦੇ ਲਈ ਇੱਕ ਗਿਆਨਾਤਮਕ ਉਪਦੇਸ਼ਕ ਜਿਹੜਾ ਹੈਗਾ ਇਹ ਮਾਰਗ ਇੱਥੋਂ ਪ੍ਰਾਪਤ ਹੁੰਦਾ ਹੈਗਾ। ਇਸ ਕਰਕੇ ਅਸੀਂ ਗੁਰੂ ਘਰ ਦੇ ਵਿੱਚ ਜਾਂਦੇ ਹਾਂ ਅਤੇ ਗੁਰੂ ਘਰ ਦੀ ਇਹ ਇੱਕ ਵਿਲੱਖਣਤਾ ਹੈ ਜੀ। ਜੇ ਗੁਰਦੁਆਰਾ ਸਾਹਿਬ ਦੀ ਆਪਾਂ ਹਰ ਰੋਜ਼ ਦੀ ਮਰਿਆਦਾ ਦੀ ਗੱਲ ਕਰੀਏ ਤਾਂ ਮਰਿਆਦਾ ਕੀ ਹੋਣੀ ਚਾਹੀਦੀ ਆ ਰਹਿਤ ਮਰਿਆਦਾ ਦੇ ਮੁਤਾਬਕ? ਹਾਂਜੀ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਿਤ ਰਹਿਤ ਮਰਿਆਦਾ ਛਪੀ ਹੋਈ ਹੈ, ਉਹਦੇ ਵਿੱਚ ਜਿਹੜਾ ਗੁਰੂ ਘਰ ਦੀ ਮਰਿਆਦਾ ਹੈਗੀ ਹੈ ਉਹ ਬਾਖੂਬੀ ਉਹਦੇ ਵਿੱਚ ਅੰਕਿਤ ਕੀਤੀ ਹੋਈ ਹੈ ਕਿ ਸਵੇਰੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਾ ਪ੍ਰਤੀ ਪ੍ਰਕਾਸ਼ ਹੋਵੇ। ਪ੍ਰਕਾਸ਼ ਹੁੰਦਾ, ਨਿਤਨੇਮ ਦੀਆਂ ਬਾਣੀਆਂ ਦਾ ਪਾਠ ਹੁੰਦਾ। ਔਰ ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਹੈਗੇ ਨੇ ਉੱਥੇ ਸ੍ਰੀ ਆਸਾ ਦੀ ਵਾਰ ਜੀ ਦਾ ਗਾਇਨ ਹੁੰਦਾ। ਉਸ ਤੋਂ ਬਾਅਦ ਇਤਿਹਾਸਕ ਸਥਾਨਾਂ ਦੇ ਉੱਤੇ ਅੰਮ੍ਰਿਤ ਵੇਲੇ ਆਏ ਹੁਕਮ ਦੀ ਜਿਹੜੀ ਵਿਆਖਿਆ, ਜਿਹੜੀ ਕਥਾ ਹੁੰਦੀ ਹੈਗੀ ਹੈ। ਜਿਹੜੇ ਪਿੰਡਾਂ ਥਾਵਾਂ ਦੇ ਗੁਰਦੁਆਰਾ ਸਾਹਿਬਾਨ ਹੈਗੇ ਨੇ ਉਹਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ, ਕਿਉਂਕਿ ਉੱਥੇ ਕੇਵਲ ਗ੍ਰੰਥੀ ਸਿੰਘ ਹੀ ਹੁੰਦਾ, ਰਾਗੀ ਸਿੰਘ ਨਹੀਂ ਹੁੰਦੇ। ਨਿਤਨੇਮ ਤੋਂ ਬਾਅਦ ਉੱਥੇ ਸਮਾਪਤੀ ਹੋਣ ਤੋਂ ਬਾਅਦ ਜਿਹੜੀ ਸੰਗਤ ਹੈ ਕੜਾ ਪ੍ਰਸ਼ਾਦ ਲੈ ਕੇ ਆਪਣੇ ਘਰਾਂ ਨੂੰ ਚਾਲੇ ਪਾਉਂਦੀ ਹੈ। ਅਤੇ ਸ਼ਾਮ ਦਾ ਵੀ ਇਸੇ ਤਰ੍ਹਾਂ ਦੇ ਨਾਲ ਰਹਿਰਾਸ ਸਾਹਿਬ ਜੀ ਦਾ ਪਾਠ ਹੁੰਦਾ, ਜਿਹੜੀ ਕਿ ਸਾਡੀ ਇੱਕ ਪਰੰਪਰਾ ਹੈਗੀ ਹੈ। ਹਾਂਜੀ, ਸੋ ਇਸ ਤਰ੍ਹਾਂ ਦੇ ਨਾਲ ਮਰਿਆਦਾ ਜਿਹੜੀ ਉਹ ਚੱਲਦੀ ਹੈ। ਅਤੇ ਕਈ ਗੁਰੂ ਘਰ ਐਸੇ ਨੇ ਜਿਨ੍ਹਾਂ ਦੇ ਵਿੱਚ ਨਿਤਾ ਪ੍ਰਤੀ ਜਿਹੜਾ ਹੈਗਾ ਉਹ ਲੰਗਰ ਚੱਲਦਾ ਹੈਗਾ, ਲੰਗਰ ਦੀ ਪ੍ਰਥਾ ਹੈਗੀ ਹੈ ਜਿਹੜੀ। ਅਤੇ ਮੈਂ ਹੋਰ ਇਹਦੇ ਵਿੱਚ ਗੱਲ ਐਡ ਕਰਨੀ ਚਾਹਾਂਗਾ ਕਿ ਜਿਹੜੀ ਗੁਰੂ ਘਰ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜਿਹੜੀ ਇੱਕ ਪ੍ਰਥਾ ਚਲਾਈ ਸੀ, ਪਹਿਲਾ ਪੰਗਤ ਪਾਛੈ ਸੰਗਤ, ਅਤੇ ਇਹਦੇ ਵਿੱਚ ਸੰਗਤ ਅਤੇ ਪੰਗਤ ਦਾ ਸਿਧਾਂਤ ਹੈ ਜਿਹੜਾ ਉਹ ਗੁਰਦੁਆਰਾ ਸਾਹਿਬ ਦੇ ਵਿੱਚੋਂ ਹੀ ਉੱਭਰ ਕੇ ਸਾਹਮਣੇ ਆਉਂਦਾ ਹੈ। ਹਾਂਜੀ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਛੂਤ ਛਾਤ ਊਚ ਨੀਚ ਦੇ ਵਿਤਕਰੇ ਨੂੰ ਦੂਰ ਕਰਨ ਵਾਸਤੇ ਇੱਕ ਬੀੜਾ ਉਠਾਇਆ ਸੀਗਾ, ਔਰ ਉਸ ਨੂੰ ਰੂਪਮਾਨ ਜਿਹੜਾ ਹੈਗਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਜਦੋਂ ਗੋਬਿੰਦਵਾਲ ਸਾਹਿਬ ਦੀ ਧਰਤੀ 'ਤੇ ਕਰਦੇ ਨੇ ਕਿ ਜਿਹੜਾ ਮੇਰੇ ਦਰਸ਼ਨ ਕਰਨਾ ਚਾਹੁੰਦਾ ਪਹਿਲਾਂ ਉਹ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੇ ਤਾਂ ਕਿ ਛੂਆ ਛਾਤ ਹੈ ਜਿਹੜੀ ਉਹ ਖਤਮ ਹੋ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਅੰਦਰ ਜਿੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਦੀਵਾਨ ਦੀ ਗੱਲ ਹੈਗੀ ਹੈ, ਉੱਥੇ ਗੁਰੂ ਘਰਾਂ ਦੇ ਵਿੱਚ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਲੰਗਰ ਦੀ ਮਰਿਆਦਾ ਜਿਹੜੀ ਉਹ ਵੀ ਚੱਲਦੀ ਹੈ ਜੀ। ਹੁਣ ਕਈ ਵਾਰ ਇਹ ਹੁੰਦਾ ਆਪਾਂ ਦੇਖਦੇ ਹਾਂ ਖਾਸ ਕਰਕੇ ਪਿੰਡਾਂ ਦੇ ਵਿੱਚ ਮਨਮੱਤ ਦਾ ਬਹੁਤ ਜ਼ਿਆਦਾ ਬੋਲਬਾਲਾ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਜੀ। ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪੀੜਾ ਸਾਹਿਬ ਆ ਉਸ ਨੂੰ ਖੰਮਣੀਆਂ ਬੰਨ੍ਹ ਦੇਣੀਆਂ ਜਾਂ ਰੱਖੜੀਆਂ ਬੰਨ੍ਹ ਦੇਣੀਆਂ,
ਰਮਾਲਾ ਚੁੱਕ ਕੇ ਦਰਸ਼ਨ ਕਰਨੇ ਜਾਂ ਹੋਰ ਬਹੁਤ ਕਈ ਤਰ੍ਹਾਂ ਦੀ ਮਨਮੱਤ ਅੱਜ ਕੱਲ੍ਹ ਪ੍ਰਚਲਿਤ ਹੋ ਗਈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਗੁਰੂ ਗ੍ਰੰਥ ਸਾਹਿਬ ਦਾ ਕਿਉਂਕਿ ਸਤਿਕਾਰ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਰੂਰੀ ਆ, ਉਹ ਕਿਸ ਤਰ੍ਹਾਂ ਰੱਖਿਆ ਜਾ ਸਕਦਾ ਹੈ? ਜੀ ਬਿਲਕੁਲ, ਦੇਖੋ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਨਾ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਸੀਂ ਸੋਝੀ ਪ੍ਰਾਪਤ ਕਰਨ ਦੇ ਲਈ ਜਾਂਦੇ ਹਾਂ, ਤੇ ਜਦੋਂ ਇੱਕ ਇਨਸਾਨ ਮਹਿਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਮੱਥਾ ਟੇਕਣ ਤੱਕ ਸੀਮਤ ਰੱਖਦਾ ਹੈ, ਹਾਂਜੀ, ਤੇ ਉਦੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ, ਹਾਂਜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸ਼ਬਦ ਗੁਰੂ ਕਰਕੇ ਜਾਣਦੇ ਹਾਂ। ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਆ ਕਿ ਪੀੜਿਆਂ ਦੇ ਪਾਵਿਆਂ ਨੂੰ ਕੁੱਟਣਾ, ਖੰਮਣੀਆਂ ਬੰਨ੍ਹਣੀਆਂ ਇਤਿਆਦ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਥ ਪ੍ਰਵਾਨ ਜਿਹੜੀ ਰਹਿਤ ਮਰਿਆਦਾ, ਉਹਦੇ ਵਿੱਚ ਵੀ ਇਹ ਬਹੁਤ ਦਲੀਲ ਦੇ ਨਾਲ ਲਿਖਿਆ ਗਿਆ ਕਿ ਪੀੜੇ ਕੁੱਟਣੇ, ਖੰਮਣੀਆਂ ਬੰਨ੍ਹਣੀਆਂ, ਰੱਖੜੀਆਂ ਬੰਨ੍ਹਣੀਆਂ ਇਤਿਆਦ, ਇਹ ਮਨਮੱਤ ਹੈ। ਹੁਣ ਮਨਮੱਤ ਕੀ ਹੈ? ਕਿਉਂਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਸੀਂ ਗੁਰਮਤਿ ਧਾਰਨ ਕਰਨ ਵਾਸਤੇ ਜਾਂਦੇ, ਗੁਰਮਤਿ ਧਾਰਨ ਕਰਨ ਜਾਂਦੇ। ਜੇ ਅਸੀਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾ ਕੇ ਗੁਰਮਤਿ ਧਾਰਨ ਨਹੀਂ ਕੀਤੀ, ਉਹ ਹੀ ਮਨਮਤੀ ਗੱਲਾਂ ਜਦੋਂ ਅਸੀਂ ਕਰੀ ਜਾਵਾਂਗੇ, ਤੇ ਫਿਰ ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਨਿਰੋਲ ਇੱਕ ਖਾਨਾ ਪੂਰਤੀ ਕਰਨ ਸਮਾਨ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੇ ਰੁਮਾਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਚੁੱਕ ਕੇ ਦਰਸ਼ਨ ਕਰਦੇ ਨੇ, ਉਹ ਕਹਿੰਦੇ ਡਿੱਠੇ ਮੁਕਤ ਨਾ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਤੁਸੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ ਕਿ ਸ਼ਬਦ ਕੀ ਕਹਿੰਦਾ ਹੈ, ਗੁਰਬਾਣੀ ਕੀ ਕਹਿੰਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪ੍ਰਕਾਸ਼ ਜਿਹੜਾ ਕਰਦੇ ਹਾਂ, ਉਹ ਮਹਿਜ ਮੱਥਾ ਟੇਕਣ ਦੇ ਲਈ ਨਹੀਂ ਹੈ, ਬਲਕਿ ਉਹਦੇ ਵਿੱਚ ਗੁਰੂ ਸਾਹਿਬ ਜੀ ਦਾ ਗਿਆਨ ਕੀ ਹੈ, ਸਾਨੂੰ ਗੁਰੂ ਸਾਹਿਬ ਜੀ ਨੇ ਉਪਦੇਸ਼ ਕੀ ਦਿੱਤਾ ਹੈਗਾ। ਜਿੰਨਾ ਚਿਰ ਅਸੀਂ ਬਾਣੀ ਨੂੰ ਪੜ੍ਹਦੇ ਨਹੀਂ ਹੈਗੇ, ਉਹਨੂੰ ਵਿਚਾਰਦੇ ਨਹੀਂ, ਅਮਲ ਦੇ ਵਿੱਚ ਨਹੀਂ ਲੈ ਕੇ ਆਉਂਦੇ, ਉਹਨਾਂ ਚਿਰ ਇਹ ਮਨਮੱਤ ਹੈ ਜਿਹੜੀ ਇਹ ਹੁੰਦੀ ਹੀ ਰਹਿਣੀ ਹੈ ਜੀ। ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਨੂੰ ਐਡ ਕਰਨੀ ਚਾਹੁੰਦਾ ਕਿ ਜਿਵੇਂ ਹੁਣ ਗੁਰਦੁਆਰਾ ਸਾਹਿਬਾਨ ਬਣੇ ਨੇ, ਪਿੰਡਾਂ ਥਾਵਾਂ ਦੇ ਵਿੱਚ ਜਾਤ ਪਾਤ ਬਰਾਦਰੀਆਂ ਦੇ ਨਾਮ ਦੇ ਉੱਤੇ ਗੁਰਦੁਆਰਾ ਸਾਹਿਬ ਉਸਰ ਆਏ ਨੇ, ਇਹ ਵੀ ਇੱਕ ਮਨਮੱਤ ਹੈ ਜੀ। ਇਹ ਜੀ ਰਾਮਗੜੀਆਂ ਦਾ ਗੁਰਦੁਆਰਾ, ਇਹ ਫਲਾਣਿਆਂ ਦਾ ਗੁਰਦੁਆਰਾ, ਇਹ ਫਲਾਣਿਆਂ ਦਾ ਗੁਰਦੁਆਰਾ ਸਾਹਿਬਾਨ। ਮੈਂ ਹੈਰਾਨ ਹੁੰਦਾ ਕਈ ਵਾਰ ਕਿ ਜਦੋਂ ਦੇਖੋ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10 ਹੀ ਪਾਤਸ਼ਾਹੀਆਂ ਨੇ ਸਾਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਹੈ, ਸਭੇ ਸਾਂਝੀਵਾਲ ਸਦਾਇਨ ਦੀ ਗੱਲ ਕੀਤੀ ਹੈ, ਤੇ ਗੁਰਦੁਆਰਾ ਸਾਹਿਬਾਨ ਵੀ ਇਸੇ ਮਕਸਦ ਦੇ ਲਈ ਬਣੇ ਸੀਗੇ। ਪਰ ਜੇ ਗੁਰਦੁਆਰਾ ਸਾਹਿਬਾਨ ਦਾ ਮਕਸਦ ਅਸੀਂ ਭੁੱਲ ਕੇ ਜਾਤਾਂ ਬਰਾਦਰੀਆਂ ਦੇ ਨਾਮ ਦੇ ਉੱਤੇ ਹੀ ਗੁਰਦੁਆਰਾ ਸਾਹਿਬਾਨ ਉਸਾਰਨੇ ਨੇ, ਤੇ ਮੈਂ ਸਮਝਦਾ ਕਿ ਜਿਹੜੀ ਇਹ ਗੁਰਬਾਣੀ ਦੀ ਪੰਕਤੀ ਹੈ, ਗੁਰੂ ਦੁਆਰਾ ਕੋਈ ਸੋਝੀ ਪਾਈ ਸੀ, ਇਹਦਾ ਮਤਲਬ ਅਸੀਂ ਉਸ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ। ਸੋ ਜਿੰਨਾ ਚਿਰ ਅਸੀਂ ਅਮਲੀ ਰੂਪ ਦੇ ਵਿੱਚ ਗੁਰਬਾਣੀ ਨੂੰ ਪੜ੍ਹਾਂਗੇ ਨਹੀਂ, ਆਪਣੇ ਅਮਲ ਦੇ ਵਿੱਚ ਨਹੀਂ ਲੈ ਕੇ ਆਵਾਂਗੇ, ਸੋ ਮੈਂ ਇਹ ਗੱਲ ਕਹਿਣ ਦੇ ਵਿੱਚ ਗੁਰੇਜ਼ ਨਹੀਂ ਕਰਾਂਗਾ ਕਿ ਇਹ ਮਨਮੱਤ ਹੈ ਜਿਹੜੀ ਇਹ ਇਸੇ ਤਰ੍ਹਾਂ ਦੇ ਨਾਲ ਇਹ ਫੈਲਦੀ ਹੀ ਜਾਊਗੀ ਜੇ ਅਸੀਂ ਬਾਣੀ ਦੇ ਨਾਲ ਨਾ ਜੁੜੇ ਤੇ। ਜਿਸ ਤਰ੍ਹਾਂ ਮਤਲਬ ਸਿੱਖ ਧਰਮ ਦੇ ਵਿੱਚ ਮੂਰਤੀ ਪੂਜਾ ਦਾ ਖੰਡਨ ਕੀਤਾ ਗਿਆ, ਤਾਂ ਕਈ ਗੁਰਦੁਆਰਾ ਸਾਹਿਬਾਨਾਂ ਵਿੱਚ ਗੁਰੂ ਸਾਹਿਬਾਨ ਦੀਆਂ ਜਾਂ ਮਹਾਂਪੁਰਸ਼ਾਂ ਦੀਆਂ ਕਹਿ ਲਈਏ ਉਹ ਤਸਵੀਰਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ, ਬਹੁਤ ਗੁਰਦੁਆਰਾ ਸਾਹਿਬਾਨ ਦੇ ਵਿੱਚ ਲੱਗੀਆਂ ਹੋਈਆਂ ਨੇ। ਕੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਜਿਹਾ ਹੋਣਾ ਚਾਹੀਦਾ? ਨਹੀਂ, ਬਿਲਕੁਲ ਨਹੀਂ ਜੀ। ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਜੀ, ਜਦੋਂ ਸਾਡੇ ਕੋਲ ਰਹਿਤ ਮਰਿਆਦਾ ਹੈ, ਰਹਿਤ ਮਰਿਆਦਾ ਤੋਂ ਭਾਵ ਕਿ ਸਾਡੇ ਸਿੱਖ ਧਰਮ ਦੀ ਮਰਿਆਦਾ ਕੀ ਹੈ, ਉਹਦੇ ਵਿੱਚ ਨਿੱਜ ਜੀਵਨ ਤੋਂ ਲੈ ਕੇ ਪੰਥਕ ਮਰਿਆਦਾ ਜਿਹੜੀਆਂ ਉਹ ਸਾਰੀਆਂ ਮਰਿਆਦਾਵਾਂ ਦਿੱਤੀਆਂ ਹੋਈਆਂ ਨੇ ਕਿ ਸਿੱਖ ਦੀ ਨਿੱਜ ਦੀ ਰਹਿਣੀ ਕਿੱਦਾਂ ਦੀ ਆ, ਪੰਥਕ ਰਹਿਣੀ ਕਿੱਦਾਂ ਦੀ ਹੈਗੀ ਆ। ਪੰਥਕ ਰਹਿਣੀ ਦੇ ਵਿੱਚ ਸਾਡੀਆਂ ਜਿਹੜੇ ਗ੍ਰੰਥੀ ਸਾਹਿਬਾਨ ਨੇ ਜਾਂ ਪ੍ਰਬੰਧਕ ਕਮੇਟੀਆਂ ਹੈਗੀਆਂ ਨੇ, ਉਹਨਾਂ ਨੂੰ ਇਸ ਚੀਜ਼ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਮੇਰਾ ਖਿਆਲ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ਦੇ ਉੱਤੇ ਰਹਿਤ ਮਰਿਆਦਾ ਵੰਡ ਰਹੀ ਹੈ, ਤੇ ਨਾ ਤੇ ਮੇਰਾ ਖਿਆਲ ਗ੍ਰੰਥੀ ਸਿੰਘ ਉਹ ਰਹਿਤ ਮਰਿਆਦਾ ਨੂੰ ਪੜ੍ਹਦੇ ਹੋਣਗੇ ਤੇ ਨਾ ਹੀ ਕਮੇਟੀਆਂ ਪੜ੍ਹਦੀਆਂ ਹੋਣਗੀਆਂ। ਇਹਦਾ ਮਤਲਬ ਤਾਈਓ ਉਹ ਚੀਜ਼ਾਂ ਜਿਹੜੀਆਂ ਸਥਾਪਿਤ ਹੋ ਰਹੀਆਂ ਇਸੇ ਲਈ ਹੋ ਰਹੀਆਂ ਕਿਉਂਕਿ ਮਰਿਆਦਾ ਦੇ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਉਹਨਾਂ ਦੇ ਤੁਲ ਕੋਈ ਵੀ ਮੂਰਤੀ ਪੂਜਾ ਜਾਂ ਕੋਈ ਕਿਸੇ ਮੂਰਤੀ ਨੂੰ ਪੂਜਣਾ ਜਾਂ ਕਿਸੇ ਤਸਵੀਰ ਨੂੰ ਪੂਜਣਾ ਜਿਹੜਾ ਹੈ ਉਹ ਮਨਮੱਤ ਹੈ। ਤੇ ਜਾਂ ਤਾਂ ਉਹਨਾਂ ਨੂੰ ਮਨਮੱਤ ਦਾ ਪਤਾ ਨਹੀਂ ਲੱਗ ਰਿਹਾ ਹੈਗਾ, ਤੇ ਜਾਂ ਜਾਣਬੁੱਝ ਕੇ ਇਹ ਚੀਜ਼ਾਂ ਹੋ ਰਹੀਆਂ ਨੇ, ਤੇ ਇਹਦੇ ਵੱਲ ਵਿਸ਼ੇਸ਼ ਤੌਰ ਦੇ ਉੱਤੇ ਸਾਨੂੰ ਸਾਰੇ ਪ੍ਰਚਾਰਕਾਂ ਨੂੰ ਤੇ ਔਰ ਪੰਥ ਦਰਦੀਆਂ ਨੂੰ ਸੋਚਣ ਦੀ ਵੱਡੀ ਜ਼ਰੂਰਤ ਹੈ ਜੀ। ਹਾਂਜੀ, ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ, ਆਪਾਂ ਪਿੰਡ ਲੈਵਲ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੀ ਅਗਰ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੋਣਾ ਚਾਹੀਦਾ? ਉਹਨਾਂ ਨੂੰ ਕਿਹੜੇ ਜਿਹੜੇ ਆਪਣੇ ਇਸ਼ੂ ਨੇ ਉਹਨਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ ਅੱਜ ਦੇ ਟਾਈਮ? ਹਾਂ, ਨਹੀਂ ਦੇਖੋ ਤੁਹਾਡਾ ਸਵਾਲ ਬਹੁਤ ਵਧੀਆ ਹੈਗਾ, ਪਰ ਦੇਖੋ ਗੱਲ ਇਹ ਹੈਗੀ ਹੈ
ਹੁਣ ਸਾਨੂੰ ਕਈ ਵਾਰ ਸਮਾਗਮਾਂ ਦੇ ਵਿੱਚ ਬਾਹਰ ਅੰਦਰ ਵਿਚਰਨ ਦਾ ਮੌਕਾ ਮਿਲਦਾ ਹੈ। ਜਿਹੜੀਆਂ ਪਿੰਡਾਂ ਥਾਵਾਂ ਦੇ ਵਿੱਚ ਜਾਂ ਨਗਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਨੇ, ਉਹਦੇ ਵਿੱਚ ਜਦੋਂ ਕਮੇਟੀ ਚੁਣੀ ਜਾਂਦੀ ਹੈ ਨਾ ਜੀ, ਇਹ ਹੋ ਸਕਦਾ ਹੈ ਵੀ ਮੇਰੀ ਗੱਲ ਕਈਆਂ ਨੂੰ ਚੁਭੇ, ਜਦੋਂ ਕਮੇਟੀ ਚੁਣੀ ਜਾਂਦੀ ਹੈ ਉੱਥੇ ਪ੍ਰਮੁੱਖਤਾ ਤੇ ਇਹ ਹੋਣੀ ਚਾਹੀਦੀ ਹੈ ਕਿ ਜਿਸ ਪਰਸਨ ਨੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚਲਾਉਣਾ ਹੈ, ਕੀ ਉਹ ਗੁਰੂ ਦੇ ਆਸ਼ੇ ਦੇ ਮੁਤਾਬਕ ਹੈ, ਉਸ ਦੀ ਰਹਿਣੀ ਸਹਿਣੀ ਪੰਥਕ ਹੈ, ਕੀ ਉਹਦੀ ਜੀਵਨ ਜਾਚ ਗੁਰੂ ਦੇ ਆਸ਼ੇ ਦੇ ਮੁਤਾਬਕ ਹੈ, ਹਾਂਜੀ, ਇਹ ਦੇਖਣਾ ਚਾਹੀਦਾ। ਪਰ ਇਹਨੂੰ ਨਜ਼ਰ ਅੰਦਾਜ਼ ਕਰਕੇ ਜਿਹੜਾ ਪ੍ਰਧਾਨ ਚੁਣਨਾ ਹੈ ਉਹ ਦੇਖਿਆ ਜਾਂਦਾ ਹੈ ਕਿ ਪ੍ਰਧਾਨ ਦੇ ਕੋਲ ਪੈਸਾ ਕਿੰਨਾ ਹੈ ਜੀ, ਮਾਫ ਕਰਨਾ, ਹਾਂਜੀ, ਇਹ ਕੌੜੀ ਗੱਲ ਹੈ। ਹੁਣ ਪ੍ਰਧਾਨ ਉਸ ਬੰਦੇ ਨੂੰ ਚੁਣਿਆ ਜਾਂਦਾ ਹੈ ਜਿਹੜਾ ਧਨਾੜ ਹੈ, ਜਿਹਦਾ ਬੋਲਬਾਲਾ, ਜਿਹਦੀ ਸਿੱਧੇ ਸ਼ਬਦਾਂ 'ਚ ਕਹੀ ਜਿਹਦੀ ਤੂਤੀ ਬੋਲਦੀ ਹੈ, ਤੇ ਉਹਨੂੰ ਪ੍ਰਧਾਨ ਚੁਣਿਆ ਜਾਂਦਾ ਹੈ। ਤੇ ਜਦੋਂ ਅਸੀਂ ਪੰਥਕ ਸਰੋਕਾਰ ਨੂੰ ਛੱਡ ਕੇ ਸਮਾਜਿਕ ਸਰੋਕਾਰ ਨੂੰ ਅੱਗੇ ਰੱਖ ਲੈਂਦੇ ਹਾਂ ਤੇ ਉਸ ਦੇ ਵਿੱਚੋਂ ਸਾਡਾ ਪੰਥਕ ਸਰੋਕਾਰ ਮੰਨਫੀ ਹੋ ਜਾਂਦਾ ਹੈ। ਸੋ ਇਸ ਕਾਰਨ ਕਰਕੇ ਜਦੋਂ ਪ੍ਰਧਾਨ, ਸਕੱਤਰ, ਕਮੇਟੀ ਦੇ ਵਿੱਚ ਜਿੰਨਾ ਵੀ ਪ੍ਰਬੰਧਕੀ ਢਾਂਚਾ ਹੁੰਦਾ, ਉਹਦੇ ਵਿੱਚ ਜਦੋਂ ਸਾਡੀਆਂ ਪੰਥਕ ਰਹੁ ਰੀਤਾਂ ਔਰ ਮਰਿਆਦਾ ਜਦੋਂ ਮੰਨਫੀ ਹੋ ਜਾਂਦੀ ਹੈ ਤੇ ਫਿਰ ਉੱਥੇ ਮਰਿਆਦਾ ਦਾ ਘਾਣ ਹੋਣਾ ਲਾਜ਼ਮੀ ਹੋ ਜਾਂਦਾ ਹੈ। ਤੇ ਇਸੇ ਕਾਰਨ ਕਰਕੇ ਉੱਥੇ ਇਹ ਮਨਮਤੀ ਜਿਹੜਾ ਹੈਗਾ, ਪਖੰਡਵਾਦ ਜਿਹੜਾ ਸ਼ੁਰੂ ਹੁੰਦਾ। ਚਾਹੀਦਾ ਇਹ ਹੈ ਕਿ ਜਿੰਨੀਆਂ ਵੀ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਅੰਮ੍ਰਿਤਧਾਰੀ ਹੋਣ, ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰਛਾਇਆ ਦੇ ਹੇਠ ਉਹਨਾਂ ਦੀ ਜਿਹੜੀ ਰਹਿਤ ਮਰਿਆਦਾ ਹੈਗੀ ਹੈ, ਪੰਥਕ ਰਵਾਇਤ ਦੇ ਅਨੁਸਾਰ ਉਹਨਾਂ ਦਾ ਜੀਵਨ ਹੈ ਜਿਹੜਾ ਉਹ ਹੋਣਾ ਚਾਹੀਦਾ। ਚੰਗੇ ਗ੍ਰੰਥੀ ਸਿੰਘ ਜਿਹੜੇ ਹੈਗੇ ਨੇ ਉਹ ਕਮੇਟੀਆਂ ਨੂੰ ਰੱਖਣੇ ਚਾਹੀਦੇ ਨੇ, ਤਦ ਕਰਕੇ ਹੀ ਜਿਹੜਾ ਹੈਗਾ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਅਸਲ ਮਾਇਨਿਆਂ ਦੇ ਵਿੱਚ ਰਹਿਤ ਮਰਿਆਦਾ ਦੇ ਅਨੁਸਾਰ ਹੋ ਸਕੇਗਾ। ਗੁਰਦੁਆਰਾ ਸਾਹਿਬ ਦੇ ਵਿੱਚ ਜੋ ਗ੍ਰੰਥੀ ਸਿੰਘ ਹੁੰਦਾ, ਉਹਦੀ ਇੱਕ ਆਪਾਂ ਕਹ ਲਈਏ ਬਹੁਤ ਉੱਚੀ ਪਦਵੀ ਹੁੰਦੀ ਆ, ਜਿਹਨੂੰ ਆਪਾਂ ਬਾਬਾ ਬੁੱਢਾ ਜੀ ਤੋਂ ਇਹ ਪਦਵੀ ਸ਼ੁਰੂ ਹੋਈ ਆ। ਤੇ ਤਾਂ ਗ੍ਰੰਥੀ ਸਿੰਘ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਕਿੰਨਾ ਕੁ ਉਹਨਾਂ ਦੇ ਜਿਹੜਾ ਗਿਆਨ ਆ ਉਹ ਹੋਣਾ ਚਾਹੀਦਾ। ਅਤੇ ਜੋ ਮੇਨ ਗੱਲ ਆਉਂਦੀ ਅੱਜ ਕੱਲ੍ਹ, ਗ੍ਰੰਥੀ ਸਿੰਘ ਅਕਸਰ ਇਹ ਗੱਲ ਕਹਿੰਦੇ ਨੇ ਕਿ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਸਾਨੂੰ ਸਹੀ ਜਿਹੜੀ ਤਨਖਾਹ ਜਾਂ ਉਪਜੀਵਕਾ ਕਹਿ ਲਈਏ ਉਹ ਨਹੀਂ ਦਿੱਤੀ ਜਾਂਦੀ। ਇਹਦੇ ਬਾਰੇ ਜ਼ਰੂਰ ਚਾਨਣਾ ਪਾਓ, ਇਹ ਕਿਸ ਤਰ੍ਹਾਂ ਹੋਣਾ ਚਾਹੀਦਾ, ਕੀ ਹੋਣਾ ਚਾਹੀਦਾ? ਦੇਖੋ, ਇਹ ਗੱਲ ਪਹਿਲੀ ਗੱਲ ਦੇ ਵਿੱਚ ਹੀ ਮਤਲਬ ਸ਼ਾਮਲ ਹੋ ਜਾਂਦੀ ਹੈ। ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਿਹੜਾ ਗ੍ਰੰਥੀ ਸਿੰਘ ਹੈ ਗੁਰੂ ਘਰ ਦਾ ਜੀ, ਉਹਦਾ ਵੀ ਜਿਹੜਾ ਜੀਵਨ ਹੈ ਉਹ ਰਹਿਤ ਮਰਿਆਦਾ ਦੇ ਅਨੁਸਾਰ ਹੋਣਾ ਚਾਹੀਦਾ। ਬਾਣੀ ਤੇ ਬਾਣੀ ਦੇ ਧਾਰਨੀ ਹੋਵੇ, ਹਾਂਜੀ, ਉਸ ਦੀ ਜਿਹੜੀ ਬਾਣੀ ਦੀ ਸ਼ੁੱਧਤਾ ਹੈ ਜਿਹੜੀ ਉਹ ਪ੍ਰੋਪਰ ਹੋਣੀ ਚਾਹੀਦੀ ਹੈ, ਨਿਤਨੇਮੀ ਹੋਵੇ, ਔਰ ਉਹਦੇ ਅੰਦਰ ਇੱਕ ਇਹ ਭਾਵਨਾ ਹੋਵੇ ਕਿ ਜਿਹੜਾ ਮੈਂ ਇਹ ਗ੍ਰੰਥੀ ਸਿੰਘ ਦਾ ਕਾਰਜ ਕਰ ਰਿਹਾ, ਇਹ ਮੇਰੀ ਜਿੱਥੇ ਉਪਜੀਵਕਾ ਹੈ ਉੱਥੇ ਇਹ ਮੇਰਾ ਇੱਕ ਧਰਮ ਕਰਮ ਵੀ ਹੈ। ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਲਈ ਮੈਨੂੰ ਅਕਾਲ ਪੁਰਖ ਪਰਮਾਤਮਾ ਨੇ ਚੁਣਿਆ। ਜਦੋਂ ਇਹ ਭਾਵਨਾ ਪੈਦਾ ਹੋ ਜਾਏਗੀ ਤੇ ਮੇਰਾ ਖਿਆਲ ਗ੍ਰੰਥੀ ਸਿੰਘ ਦਾ ਜਿੱਥੇ ਜੀਵਨ, ਉਸ ਦਾ ਇਖਲਾਕ ਉੱਚਾ ਹੋਏਗਾ ਤੇ ਉਹਦੇ ਬੋਲਾਂ ਦੇ ਵਿੱਚੋਂ ਜਿਹੜੀ ਸੰਗਤ ਹੈਗੀ ਹੈ ਉਹ ਵੀ ਗੁਰੂ ਦੇ ਨਾਲ ਜੁੜੇਗੀ, ਜ਼ਰੂਰ ਜੁੜੇਗੀ। ਪਰ ਜਦੋਂ ਇੱਕ ਗ੍ਰੰਥੀ ਸਿੰਘ ਆਪਣੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਛੱਡ ਕੇ, ਦਰਕਿਨਾਰ ਕਰਕੇ ਕੇਵਲ ਤੇ ਕੇਵਲ ਇਹ ਸਮਝੇ ਕਿ ਮੇਰੀ ਸਿਰਫ ਇੱਕ ਉਪਜੀਵਕਾ ਦਾ ਸਾਧਨ ਹੈਗਾ ਤੇ ਮੈਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ, ਉੱਥੇ ਫਿਰ ਇਹ ਨਿਗਾਰ ਪੱਖੀ ਗੱਲ ਜਾਂਦੀ ਹੈ। ਇਹੋ ਹੀ ਕਾਰਨ ਹੁੰਦਾ ਹੈ ਕਿ ਜਦੋਂ ਪ੍ਰਬੰਧਕ ਕਮੇਟੀਆਂ ਹੈਗੀਆਂ ਨੇ ਉਹ ਦੇਖਦੀਆਂ ਨੇ ਕਿ ਗ੍ਰੰਥੀ ਸਿੰਘ ਤੇ ਵਿਚਾਰਾ ਸੌ ਹੈਗਾ, ਇਹਦਾ ਕੋਈ ਨਾ ਇਖਲਾਕ ਹੈ ਕਿ ਨਾ ਜੀਵਨ ਹੈ। ਮਾਫ ਕਰਨਾ, ਮੈਂ ਸਾਰਿਆਂ ਲਈ ਨਹੀਂ, ਗ੍ਰੰਥੀ ਬਹੁਤ ਚੜ੍ਹਦੀ ਕਲਾ ਵਾਲੇ ਵੀ ਹੈਗੇ ਨੇ, ਬਹੁਤ ਚੜ੍ਹਦੀ ਕਲਾ ਵਾਲੇ ਗ੍ਰੰਥੀ ਸਿੰਘ ਨੇ, ਤੇ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਪਰ ਕਈ ਥਾਵਾਂ ਦੇ ਉੱਤੇ ਕੀ ਹੁੰਦਾ ਹੈ ਕਿ ਜਿਹੜੇ ਗ੍ਰੰਥੀ ਸਿੰਘ ਕੇਵਲ ਹੋਰ ਕੰਮ ਧੰਦਾ ਕਰਨ ਦੀ ਬਜਾਏ ਇਸ ਨੂੰ ਹੀ ਆਪਣੀ ਉਪਜੀਵਕਾ ਦਾ ਸਾਧਨ ਮੰਨ ਲੈਂਦੇ ਨੇ, ਤੇ ਉੱਥੇ ਫਿਰ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਗ੍ਰੰਥੀ ਸਿੰਘਾਂ ਨੂੰ ਆਪਣੇ ਨਿੱਜੀ ਹਿੱਤਾਂ ਵਾਸਤੇ ਵੀ ਵਰਤਦੀਆਂ ਨੇ। ਉਹਨਾਂ ਕੋਲੋਂ ਗ੍ਰੰਥੀ ਸਿੰਘ ਦਾ ਸਵੇਰੇ ਸ਼ਾਮ ਦਾ ਕੰਮ ਕਰਵਾਉਣ ਤੋਂ ਇਲਾਵਾ ਹੋਰ ਵੀ ਜਿੰਨੇ ਕੰਮ ਕਾਜ ਨੇ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਆਹ ਵੀ ਕਰੋ, ਆਹ ਵੀ ਕਰੋ। ਉੱਥੇ ਗ੍ਰੰਥੀ ਸਿੰਘ ਇਹ ਤੇ ਗੱਲ ਖੜੀ ਕਰ ਲੈਂਦਾ ਹੈ ਕਿ ਮੈਂ ਗ੍ਰੰਥੀ ਸਿੰਘ ਆ, ਮੇਰੇ ਕੋਲੋਂ ਇਹ ਕੰਮ ਕਰਵਾਇਆ ਜਾ ਰਿਹਾ ਹੈਗਾ, ਪਰ ਉਹ ਇਹ ਆਪਣੇ ਵੱਲ ਇਹ ਝਾਤੀ ਨਹੀਂ ਮਾਰਦੇ ਕਿ ਜਿੱਥੇ ਮੇਰੇ ਗ੍ਰੰਥੀ ਸਿੰਘ ਦੇ ਕਾਰਜ ਹੈਗੇ ਨੇ, ਜੋ ਮੇਰੇ ਨਿੱਜੀ ਸਰੋਕਾਰ ਹੋਣੇ ਚਾਹੀਦੇ ਨੇ ਜਾਂ ਮੇਰੇ ਜਿਹੜੇ ਮੁੱਢਲੇ ਫਰਜ਼ ਹੋਣੇ ਚਾਹੀਦੇ ਨੇ, ਕਿਤੇ ਮੈਂ ਉਹਨਾਂ ਤੋਂ ਅਵੇਸਲਾ ਤਾਂ ਨਹੀਂ ਹੈਗਾ, ਮੇਰਾ ਆਪਣਾ ਜੀਵਨ ਪੱਖ ਕਿੰਨਾ ਕੁ ਉੱਚਾ ਹੈਗਾ। ਜਦੋਂ ਸਾਰੇ ਹੀ ਗ੍ਰੰਥੀ ਸਿੰਘ ਜਾਂ ਪਿੰਡਾਂ ਥਾਵਾਂ ਦੇ
ਆਪਣਾ ਜੀਵਨ ਪੱਖ ਉੱਚਾ ਕਰਨਗੇ ਤੇ ਮੇਰਾ ਖਿਆਲ ਪ੍ਰਬੰਧਕ ਕਮੇਟੀਆਂ ਜਿਹੜੀਆਂ ਉਹ ਗ੍ਰੰਥੀ ਸਿੰਘ ਨੂੰ ਇਸ ਤਰ੍ਹਾਂ ਕਾਮਿਆਂ ਦੀ ਤਰ੍ਹਾਂ ਵਰਤਣ ਤੋਂ ਗੁਰੇਜ਼ ਕਰਨਗੇ ਔਰ ਸੋਚਣਗੇ ਕਿ ਨਹੀਂ, ਗ੍ਰੰਥੀ ਸਿੰਘ ਦੀ ਪਦਵੀ ਹੈ ਜਿਹੜੀ ਉਹ ਇੱਕ ਬਹੁਤ ਉੱਚੀ ਹੈ। ਜੇ ਆਪਾਂ ਹੁਣ ਤਾਂ ਗੱਲਬਾਤ ਕੀਤੀ ਹੈ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ, ਜੀ। ਅਗਰ ਆਪਾਂ ਸਾਰੇ ਗੁਰਦੁਆਰਾ ਸਾਹਿਬਾਨਾਂ ਦੀ ਗੱਲ ਕਰਦੇ ਹਾਂ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ, ਜੀ। ਉਹ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਦੀ ਆ। ਤੁਸੀਂ ਵੀ ਇੱਕ ਉਹਨਾਂ ਦੇ ਮੁਲਾਜ਼ਮ ਦਾ ਹਿੱਸਾ ਹੋ, ਤਾਂ ਉਸ ਪ੍ਰਬੰਧ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ? ਜੀ ਦੇਖੋ, ਜਿਵੇਂ ਅਸੀਂ ਤਮਾਮ ਗੁਰਦੁਆਰਾ ਸਾਹਿਬਾਨ ਦੀ ਗੱਲ ਕਰਦੇ ਹਾਂ, ਪ੍ਰਬੰਧ ਦੀ ਗੱਲ ਕਰਦੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੰਸਥਾ ਹੈ ਜਿਹਨੇ ਕਿ ਪੰਜਾਬ ਦੇ ਸਾਰੇ ਭਾਰਤ ਦੇ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਹੈ ਜਿਹੜਾ ਉਹ ਆਪਣੇ ਹੱਥਾਂ ਦੇ ਵਿੱਚ ਲਿਆ ਹੋਇਆ ਔਰ ਬਹੁਤ ਸੁਚਾਰੂ ਢੰਗ ਦੇ ਨਾਲ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਚਲਾਉਣ ਦੇ ਜਿਹੜੇ ਹੈਗੇ ਨੇ ਯਤਨ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜੇਕਰ ਦੇਖਿਆ ਜਾਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਅਨੇਕਾਂ ਹੀ ਗੁਰਦੁਆਰੇ ਨੇ ਪੰਜਾਬ ਔਰ ਪੰਜਾਬ ਤੋਂ ਬਾਹਰਲੇ ਇਲਾਕਿਆਂ ਦੇ ਵਿੱਚ, ਜਿਸ ਦਾ ਮੁੱਖ ਦਫ਼ਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੈਗਾ ਔਰ ਇੱਥੋਂ ਹੀ ਸਾਰਾ ਕੁਝ ਚੱਲ ਰਿਹਾ। ਮੈਂ ਇਹ ਦੇਖਦਾ ਕਿ ਜਿਹੜੇ ਲੋਕ ਗੱਲਾਂ ਕਰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਹ ਕਰ ਰਹੀ ਹੈ, ਉਹ ਕਰ ਰਹੀ ਹੈ, ਉਹ ਕਰ ਰਹੀ ਹੈ, ਨੈਗੇਟਿਵਿਟੀ ਜ਼ਿਆਦਾ ਹੈ ਪਰ ਉਹ ਪੋਜ਼ਿਟਿਵਿਟੀ ਨੂੰ ਇਗਨੋਰ ਕਰ ਦਿੰਦੇ ਨੇ ਜੀ। ਜਦ ਕਿ ਦੇਖਣਾ ਇਹ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਮਲਾ ਫੈਲਾ ਇੰਨੇ ਜ਼ਿਆਦਾ ਪ੍ਰਬੰਧ ਨੂੰ ਇੰਨੇ ਸੁਚੱਜੇ ਢੰਗ ਦੇ ਨਾਲ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਹਾਂਜੀ, ਜੇਕਰ ਆਪਾਂ ਇੱਕ ਘਰ ਨੂੰ ਚਲਾਉਣਾ ਹੋਵੇ ਨਾ ਤੇ ਸਾਡੀ ਅਰਥ ਵਿਵਸਥਾ ਮਾੜੀ ਮੋਟੀ ਡਗਮਗਾਈ ਹੋਵੇ ਤੇ ਕੀ ਦਾ ਕੀ ਹੋ ਜਾਂਦਾ ਜੀ। ਹਾਂਜੀ, ਸੋ ਉਹ ਐਡੇ ਵੱਡੇ ਪ੍ਰਬੰਧ ਨੂੰ ਚਲਾ ਰਹੇ ਨੇ। ਸੋ ਸਗੋਂ ਸਾਨੂੰ ਸਾਰਿਆਂ ਨੂੰ ਸਿੱਖ ਹੋਣ ਦੇ ਨਾਤੇ ਸਾਨੂੰ ਜਿਹੜਾ ਸਹਿਯੋਗ ਕਰਨਾ ਚਾਹੀਦਾ। ਜੇਕਰ ਕਿਤੇ ਕੋਈ ਕਮੀ ਪੇਸ਼ੀ ਰਹਿ ਵੀ ਜਾਂਦੀ ਹੈਗੇ ਉਹਨੂੰ ਭੰਡਣ ਦੀ ਬਜਾਏ ਤੇ ਉੱਥੇ ਨੇਕ ਸਲਾਹ ਦੇਣੀ ਚਾਹੀਦੀ ਹੈ ਅਮਲੇ ਫੈਲੇ ਨੂੰ, ਪ੍ਰਬੰਧਕਾਂ ਨੂੰ, ਤੇ ਜਾਣੂ ਕਰਵਾਉਣਾ ਚਾਹੀਦਾ। ਕਿਉਂਕਿ ਜੇਕਰ ਅਸੀਂ ਆਪਣੇ ਪ੍ਰਬੰਧ ਨੂੰ ਆਪ ਹੀ ਭੰਡੀ ਜਾਵਾਂਗੇ, ਉਹਦਾ ਭੰਡੀ ਪ੍ਰਚਾਰ ਕਰੀ ਜਾਵਾਂਗੇ ਤੇ ਮੈਂ ਕਹਿੰਦਾ ਵੀ ਉਹ ਸਾਡੇ ਸਿੱਖੀ ਸਿਧਾਂਤਾਂ ਦੇ ਵੀ ਉਲਟ ਹੈਗੀ ਹੈ। ਤੇ ਜਦ ਕਿ ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਕਿਹਾ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲੈ ਬਲਾਈ। ਜੇਕਰ ਕੋਈ ਮਤਭੇਦ ਹੈ ਜਾਂ ਕੋਈ ਪ੍ਰਬੰਧ ਦੇ ਵਿੱਚ ਕਮੀ ਪੇਸ਼ੀ ਹੈਗੀ ਹੈ ਤੇ ਮੈਂ ਨਹੀਂ ਕਹਿੰਦਾ ਵੀ ਨਹੀਂ ਹੋ ਸਕਦੀ, ਪ੍ਰਬੰਧ ਦੇ ਵਿੱਚ ਕਮੀ ਪੇਸ਼ੀ ਹੋ ਜਾਣਾ ਸੁਭਾਵਿਕ ਹੋ ਜਾਂਦੀ ਹੈ। ਕਈ ਵਾਰ ਉੱਥੋਂ ਦੇ ਮਾਹੌਲ ਦੇ ਕਾਰਨ ਜਾਂ ਪ੍ਰਬੰਧਕੀ ਢਾਂਚੇ ਦੇ ਕਾਰਨ ਜਾਂ ਕਿਸੇ ਇੱਕ ਪਰਸਨ ਦੇ ਕਾਰਨ ਕਰਕੇ ਕੋਈ ਖਰਾਬੀ ਆ ਜਾਂਦੀ ਹੈ ਤੇ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਉਹ ਮੁੱਖ ਪ੍ਰਬੰਧਕਾਂ ਨੂੰ ਆਗਾਹ ਕਰਨਾ ਜ਼ਰੂਰੀ ਸਮਝਦਾ ਮੈਂ। ਇਸ ਕਰਕੇ ਸਾਨੂੰ ਇਸ ਚੀਜ਼ ਦਾ ਭੰਡੀ ਪ੍ਰਚਾਰ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਹਾਂ, ਸੋ ਇਹ ਸਨ ਭਾਈ ਰਵਿੰਦਰ ਸਿੰਘ ਜੀ ਖਾਲਸਾ, ਪ੍ਰਿੰਸੀਪਲ ਸਾਹਿਬ ਗੁਰੂ ਕਾਂਸੀ ਗੁਰਮਤਿ ਇੰਸਟੀਚਿਊਟ, ਜਿਨ੍ਹਾਂ ਨੇ ਗੱਲਬਾਤ ਕੀਤੀ ਆ। ਅੱਜ ਅਸੀਂ ਗੁਰਦੁਆਰਾ ਸਾਹਿਬ ਸੰਸਥਾ 'ਤੇ ਗੱਲਬਾਤ ਕੀਤੀ ਆ। ਬਹੁਤ ਹੀ ਸੁਚੱਜੇ ਔਰ ਠਰਮੇ ਦੇ ਨਾਲ ਉਹਨਾਂ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ, ਸੰਗਤਾਂ ਨੂੰ ਜਾਣੂ ਕਰਵਾਇਆ ਗੁਰੂ ਘਰ ਦੀ ਮਰਿਆਦਾ ਤੋਂ, ਗੁਰੂ ਘਰ ਦੀ ਮਹੱਤਤਾ ਤੋਂ, ਤੇ ਸਾਰੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਨੇ ਸੰਗਤਾਂ ਨੂੰ ਸੰਦੇਸ਼ ਵੀ ਦਿੱਤੇ ਨੇ ਕਿ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਗ੍ਰੰਥੀ ਸਿੰਘ ਦੀ ਕੀ ਡਿਊਟੀ ਹੋਣੀ ਚਾਹੀਦੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਕੀ ਡਿਊਟੀ ਹੋਣੀ ਚਾਹੀਦੀ ਆ। ਔਰ ਨਾਲ ਹੀ ਮੈਂ ਦੱਸ ਦੇਵਾਂ, ਮੈਂ ਮਾਣ ਵੀ ਮਹਿਸੂਸ ਕਰਦਾ ਕਿਉਂਕਿ ਇਸ ਕਾਲਜ ਦੇ ਵਿੱਚ ਮੈਂ ਇਸੇ ਕਾਲਜ ਤੋਂ ਪੜ੍ਹਾਈ ਕੀਤੀ ਆ। ਅੱਜ ਉਸੇ ਕਾਲਜ ਦੇ ਮੈਂ ਪ੍ਰਿੰਸੀਪਲ ਸਾਹਿਬ ਦੀ ਇੰਟਰਵਿਊ ਕੀਤੀ। ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਿੱਖ ਸੰਗਤਾਂ ਦੇ ਨਾਲ ਸਾਂਝੇ ਕੀਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ ਤੇ ਦੇਖਦੇ ਰਹੋ ਦ ਰੀਅਲ ਪੰਜਾਬ।